ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ। ਦੱਸਦੇ ਨੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500, ਗੁਰਦੀਪ ਸਿੰਘ ਵਰਦੀ ਕਲੋਵਸ, ਰਾਮ ਸਿੰਘ ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦੀਵਾਨਾ ਬੂਟਾ ਸਿੰਘ ਰਾਣੀਪੁਰ ਫਰਜ਼ਨੋ, ਚਰਨਜੀਤ ਸਿੰਘ ਬਡਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਗਰਮੇਲ ਸਿੰਘ ਲੀਡਰ, ਜਸਵੰਤ ਸਿੰਘ ਪਿਕਰਸਫੀਲਡ, ਮਨਦੀਪ ਸਿੰਘ ਸੈਨੋਜੇ, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਚੱਲਾਂਗੇ ਕੁਛ ਕੁ ਖਬਰਾਂ ਵੱਲ। ਖਬਰਾਂ ਘੁੰਮਣ ਗਈਆਂ ਸਾਰੀਆਂ ਇਲੈਕਸ਼ਨ ਦੇ ਦੁਆਲੇ। ਨਵੀਂ ਪਾਰਟੀ ਆਈ ਆ, ਉਸ ਦੀ ਜਿੱਤ ਹੋਈ ਆ। ਬਹੁਤ ਸਾਰੇ ਥੰਮ ਆ ਜਿਹੜੇ ਉਹ ਡਿੱਗ ਗਏ ਆ, ਪੱਟੇ ਗਏ ਆ ਜੜ੍ਹਾਂ ਤੋਂ। ਉਹਨਾਂ ਦੇ ਦੁਆਲੇ ਹੀ ਬਹੁਤਾ ਕੁਛ ਘੁੰਮੂਗਾ। ਹੋਰ ਆਲੇ ਦੁਆਲੇ ਦੀਆਂ ਸਟੇਟਾਂ 'ਚ ਜਿੰਨੀ ਕੁ ਜਾਣਕਾਰੀ ਬਲਤੇਜ ਪੰਨੂ ਹੋਰਾਂ ਕੋਲ ਹੋਈ ਆ, ਉਹਨਾਂ ਤੇ ਵੀ ਗੱਲਬਾਤ ਕਰਾਂਗੇ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਤਾਂ ਜੀ ਸਾਰੇ ਪੰਜਾਬ ਨੂੰ ਬਹੁਤ ਬਹੁਤ ਵਧਾਈ ਆ ਕਿ ਉਹਨਾਂ ਨੇ ਆਪਣਾ ਡਿਸੀਜਨ ਕਰਨਾ ਸਿੱਖ ਲਿਆ ਆ ਕਿ ਚੇਂਜ ਕਿਵੇਂ ਲਿਆਈ ਦੀ ਆ। ਇਹ ਬਹੁਤ ਵੱਡੀ ਗੱਲ ਆ ਤੇ ਲੋਕ ਸਾਰੇ ਹੈ ਨਾ ਬਹੁਤ ਖੁਸ਼ ਆ। ਤੇ ਪੰਜਾਬ ਦੇ ਲੋਕ ਤੁਹਾਨੂੰ ਕਿਸ ਤਰ੍ਹਾਂ ਲੱਗਦੇ ਆ? ਬਿਲਕੁਲ ਐਂਡੀ, ਇਹ ਚੀਜ਼ ਦੀ ਇੱਕ ਤਵੱਕੋਂ, ਇੱਕ ਆਸ ਬਹੁਤ ਸਾਰੇ ਲੋਕ, ਬਹੁਤ ਸਾਰੇ ਪੰਜਾਬੀ ਲਾਈ ਬੈਠੇ ਸੀ, ਜਿਹੜੇ ਕਹਿੰਦੇ ਸੀਗੇ ਕਿ ਪੰਜਾਬ ਦੇ ਲੋਕ ਅਧੀਏ ਤੇ ਵਿਕ ਜਾਂਦੇ, ਪੰਜਾਬ ਦੇ ਲੋਕ ਪਊਏ ਤੇ ਵਿਕ ਜਾਂਦੇ ਆ। ਚਰਨਜੀਤ ਚੰਨੀ ਹੋਰਾਂ ਨੇ ਪੰਜਾਬ ਦਾ ਕੋਈ ਡੇਰਾ ਨਹੀਂ ਛੱਡਿਆ, ਜਿਹੜੇ ਡੇਰੇ ਦੇ ਉੱਤੇ ਉਹ ਨਹੀਂ ਗਏ। ਮੇਰੀ ਦਾਦੀ ਅਕਸਰ ਜਿਹੜੀ ਉਹ ਕਹਿੰਦੀ ਹੁੰਦੀ ਸੀ, ਅੱਜ ਮੀਂਹ ਪਊਗਾ, ਅੱਜ ਹਨੇਰੀ ਆਊਗੀ, ਤੇ ਮੈਂ ਛੋਟਾ ਹੁੰਦਾ ਉਹਨੂੰ ਪੁੱਛਦਾ ਹੁੰਦਾ ਸੀਗਾ ਵੀ ਇਹ ਤੁਹਾਨੂੰ ਕਿਵੇਂ ਪਤਾ, ਜਿਹੜਾ ਉਹ ਲੱਗ ਜਾਂਦਾ। ਤੇ ਉਹ ਇੱਕ ਲਫ਼ਜ਼ ਵਰਤਦੀ ਹੁੰਦੀ ਸੀ ਵੀ ਜਿਹੜਾ ਆਲੇ ਦੁਆਲੇ ਦੇ ਵਿੱਚ ਗੁੰਮ ਹੁੰਦਾ ਉਹ ਤੁਹਾਨੂੰ ਦੱਸ ਦਿੰਦਾ ਕਿ ਕੀ ਹੋਣ ਵਾਲਾ। ਇੱਕ ਲੰਬੀ ਹਲਕੇ ਦੇ ਵਿੱਚ ਜਾ ਕੇ ਭੈਣ, ਉੱਥੇ ਜਦੋਂ ਜਿਹੜੀ ਗੱਲਬਾਤ ਕੀਤੀ ਸੀ, ਉਸ ਗੁੰਮ ਦਾ ਉਦਣ ਮੈਂ ਮਹਿਸੂਸ ਇਹ ਕਰ ਲਿਆ ਸੀ ਕਿ ਜਿਹੜਾ ਗੁੰਮ ਹੈ ਇਹ ਹਨੇਰੀ ਵਾਲਾ ਗੁੰਮ ਹੈ। ਇਹ ਹਨੇਰੀ ਆਊਗੀ, ਔਰ ਹਨੇਰੀ ਇਸ ਤਰ੍ਹਾਂ ਦੀ ਆਊਗੀ ਕਿ ਇਹ ਵੱਡੇ ਵੱਡੇ ਰੁੱਖ ਪੁੱਟ ਦੂਗੀ। ਇਹ ਆਪਣੇ ਇਸ ਪਲੇਟਫਾਰਮ ਦੇ ਉੱਤੇ ਮੈਂ ਬਾਰ-ਬਾਰ ਇਹ ਗੱਲ ਕਹਿੰਦਾ ਰਿਹਾ ਕਿ ਥੰਮ ਜਿਹੜੇ ਉਹ ਹਿੱਲਣਗੇ, ਔਰ ਉਹ ਵੱਡੇ ਰੁੱਖ, ਉਹ ਵੱਡੇ ਬੋਰਡ, ਨਾ ਜਿਨ੍ਹਾਂ ਦੇ ਕੋਈ ਫਲ ਲੱਗਦੇ ਸੀ, ਨਾ ਜਿਹੜੇ ਆਕਸੀਜਨ ਦਿੰਦੇ ਸੀ, ਨਾ ਜਿਹੜੇ ਛਾਂ ਦਿੰਦੇ ਸੀ। ਗੁਰੂ ਨਾਨਕ ਸਾਹਿਬ ਦੇ ਕਮਾਲ ਦੀ ਉਹ ਇੱਕ ਜਿਹੜੀ ਰਚਨਾ ਹੈ ਕਿ ਸਿੰਬਲ ਰੁੱਖ ਸਰਾਇਰਾ ਅਤ ਦੀਰਘ ਅਤ ਮਚ, ਓਏ ਜੇ ਆਵੇ ਆਸ ਕਰ ਜਾਏ ਨਿਰਾਸੇ ਚਿੱਤ, ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਤ। ਉਹ ਰੁੱਖ ਸੀ ਇਹ, ਜਿਨ੍ਹਾਂ ਦੇ ਉੱਤੇ ਪੰਛੀ ਵੀ ਆਉਣੋਂ ਹਟ ਗਏ ਸੀਗੇ। ਇਹਨਾਂ ਦਾ ਕੋਈ ਮਤਲਬ ਨਹੀਂ ਸੀ। ਉਹ ਇਸ ਹਨੇਰੀ ਨੇ ਉਹ ਵੱਡੇ ਰੁੱਖ ਪੱਟ ਕੇ ਸੁੱਟ ਦਿੱਤੇ, ਔਰ ਜਦੋਂ ਹਨੇਰ ਜਿਹੜਾ ਆ ਉਹ ਆਉਂਦਾ ਆ, ਉਹ ਵੱਡੇ ਰੁੱਖ ਪੱਟ ਕੇ ਸੁੱਟ ਦਿੰਦਾ। ਉਸ ਤੋਂ ਬਾਅਦ ਡਿੱਗਿਆ ਪਿਆ ਪੱਟਿਆ ਹੋਇਆ ਜਿਹੜਾ ਰੁੱਖ ਆ, ਉਹਦੇ ਨੇੜੇ ਇੱਕ ਛੋਟਾ ਬੂਟਾ ਜਿਹਦੇ ਉੱਤੇ ਕੁਝ ਪੱਤੇ ਹੁੰਦੇ ਆ, ਉਹ ਆਰਾਮ ਦੇ ਨਾਲ ਖੜਾ ਹੁੰਦਾ। ਉਹਦੇ ਉੱਤੇ ਹਨੇਰੀ ਦਾ ਕੋਈ ਅਸਰ ਨਹੀਂ ਹੁੰਦਾ, ਕਿਉਂਕਿ ਉਹਦੀ ਧੌਣ ਦੇ ਵਿੱਚ ਕਿੱਲਾ ਨਹੀਂ ਹੁੰਦਾ। ਉਹ ਕਿਸੇ ਲਾਭ ਸਿੰਘ ਉਗੋਕੇ ਵਰਗਾ ਇੱਕ ਬੂਟਾ ਹੋ ਸਕਦਾ, ਉਹ ਨਰਿੰਦਰ ਕੌਰ ਭਰਾਜ ਵਰਗਾ ਇੱਕ ਛੋਟਾ ਜਿਹਾ ਬੂਟਾ ਹੋ ਸਕਦਾ, ਉਹ ਗੁਰਮੀਤ ਸਿੰਘ ਖੁੱਡੀਆਂ ਦੇ ਰੂਪ ਦੇ ਵਿੱਚ ਬੂਟਾ ਹੋ ਸਕਦਾ, ਉਹ ਜਗਰੂਪ ਸਿੰਘ ਗਿੱਲ ਦੇ ਰੂਪ ਦੇ ਵਿੱਚ ਬੂਟਾ ਹੋ ਸਕਦਾ, ਉਹ ਗੋਲਡੀ ਕੰਬੋਜ ਦੇ ਰੂਪ ਦੇ ਵਿੱਚ ਬੂਟਾ ਹੋ ਸਕਦਾ, ਉਹ ਅੰਮ੍ਰਿਤਸਰ ਵਾਲੀ ਜੀਵਨ ਜੋਤ ਕੌਰ ਦੇ ਰੂਪ ਦੇ ਵਿੱਚ ਬੂਟਾ ਹੋ ਸਕਦਾ, ਜਿਹਨੇ ਵੱਡੇ ਵੱਡੇ ਬੂਟੇ ਪੁੱਟ ਕੇ ਸੁੱਟ ਦਿੱਤੇ ਤੇ ਉਹ ਆਰਾਮ ਦੇ ਨਾਲ ਚੰਦ ਪੱਤਿਆਂ ਦੇ ਨਾਲ ਮੁਸਕਰਾਉਂਦੇ ਜਿਹੜਾ ਜੀ ਉਹ ਨਜ਼ਰ ਆਏ। ਇਹ ਇੱਕ ਵਾਵਰੋਲਾ ਲੋਕਾਂ ਨੇ ਲਿਆਂਦਾ, ਔਰ ਵਾਵਰੋਲੇ ਦੇ ਵਿੱਚ ਉਹਨਾਂ ਨੇ ਪੱਟ ਪੱਟ ਕੇ ਉਹ ਪਰਿਵਾਰ ਜਿਹੜੇ ਇਹ ਕਹਿੰਦੇ ਸੀ ਕਿ ਸਿਆਸਤ ਤੇ ਸਾਥੋਂ ਬਿਨਾਂ ਕੋਈ ਹੋਰ ਕਿਵੇਂ ਕਰ ਜੂਗਾ, ਜਿਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਵਰਗਿਆਂ ਨੇ ਕਿੰਨੇ ਟਕਸਾਲੀ ਜਿਹੜੇ ਆਗੂ ਸੀਗੇ, ਉਹਨਾਂ ਨੂੰ ਘਰਾਂ ਦੇ ਵਿੱਚ ਬਿਠਾ ਦਿੱਤਾ ਸਿਰਫ ਇੱਕ ਦਿਨ ਦੇ ਵਾਸਤੇ ਕਿ ਇਹ ਪਿਤਾ ਪੁਰਖੀ ਜਿਹੜੀ ਹੈ ਸਿਆਸਤ ਸਾਡੇ ਕੋਲੇ ਰਹੇ ਤੇ ਮੇਰਾ ਪੁੱਤ ਜਿਹੜਾ ਉਹ ਮੁੱਖ ਮੰਤਰੀ ਬਣ ਜੇ। ਪੁੱਤ ਨੇ ਉਹ ਅਜਾੜਾ ਸਕੀਮ ਜਿਹੜੀ ਅਕਾਲੀ ਦਲ ਬਾਦਲ ਦੇ ਵਿੱਚ ਲਾਗੂ ਕਰ ਦਿੱਤੀ, ਜਿਹਨੇ ਜੜ੍ਹਾਂ ਜਿਹੜੀਆਂ ਉਹ ਪੁੱਟ ਕੇ ਰੱਖ ਦਿੱਤੀਆਂ ਪੂਰੇ ਅਕਾਲੀ ਦਲ ਦੇ 100 ਸਾਲਾਂ ਦੇ ਇਤਿਹਾਸ ਦੀਆਂ। ਅੱਜ ਤੱਕ ਅਕਾਲੀ ਦਲ ਨੂੰ, ਮੈਂ ਫਿਰ ਕਹੂੰਗਾ ਸ਼੍ਰੋਮਣੀ ਅਕਾਲੀ ਦਲ ਦੀ ਇਹ ਹਾਰ ਨਹੀਂ ਗੀ,
ਇਹ ਅਕਾਲੀ ਦਲ ਬਾਦਲ ਦੀ ਹਾਰ ਹੈ। ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਪੰਜਾਬੀਆਂ ਦਾ ਹੈ, ਉਹ ਪੰਥ ਨੂੰ ਪ੍ਰਵਾਨਿਤ ਇੱਕ ਪਾਰਟੀ ਸੀ, ਉਹ ਫਿਰ ਦੁਬਾਰਾ ਉੱਠੂਗੀ ਕਿਸੇ ਵੇਲੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੀ ਹਸ਼ਰ ਇਹਨਾਂ ਲੋਕਾਂ ਨੇ ਜਿਹੜਾ ਉਹ ਕਰ ਦਿੱਤਾ, ਔਰ ਕਿੱਥੋਂ ਸੰਸਥਾਵਾਂ ਜਿਹੜੀਆਂ ਸੀ ਉਹਨਾਂ ਨੂੰ ਕਿੱਥੋਂ ਤੱਕ ਜਿਹੜਾ ਉਹ ਡੇਗ ਦਿੱਤਾ ਇਹਨਾਂ ਨੇ। ਪਰ ਲੋਕ ਉੱਠੇ, ਔਰ ਫਿਰ ਲੋਕ ਐਸਾ ਉੱਠੇ ਕਿ ਉਹਨਾਂ ਨੇ ਐਸੀ ਕਮਾਲ ਜਿਹੜੀ ਉਹ ਕਰ ਦਿੱਤੀ। ਕਿਉਂਕਿ ਇੱਕ ਬਹੁਤ ਸ਼ਾਨਦਾਰ ਕੋਡ ਹੈ ਕਿ ਲੋਕਾਂ ਦੀਆਂ ਇੰਨੀਆਂ ਬਦਦੁਆਵਾਂ ਨਾ ਲਓ ਕਿ ਲੋਕ ਦੁਆਵਾਂ ਦੇ ਵਿੱਚ ਤੁਹਾਨੂੰ ਬਦਦੁਆਵਾਂ ਦੇਣ ਲੱਗ ਜਾਣ। ਲੋਕ ਅਰਦਾਸਾਂ ਦੇ ਵਿੱਚ ਜਿਹੜਾ ਸੀਗੇ ਨਾ ਉਹ ਬੋਲਣ ਲੱਗ ਗਏ ਸੀਗੇ, ਲੋਕ ਕਹਿਣ ਲੱਗ ਗਏ ਸੀਗੇ। ਔਰ ਜਦੋਂ ਲੋਕ ਇਸ ਕਿਸਮ ਦਾ ਸੋਚਦੇ ਆ ਫਿਰ ਡਰਨਾ ਚਾਹੀਦਾ, ਇਹ ਡਰੇ ਨਹੀਂ। ਇਹਨਾਂ ਨੂੰ ਲੋਕਾਂ ਦੀ ਨਬਜ਼ ਨਹੀਂ ਜਿਹੜੀ ਉਹ ਸਮਝ ਲੱਗੀ ਕਿ 75-25 ਦੀ ਜਿਹੜੀ ਗੇਮ ਹੈ ਉਹ ਲੋਕ ਸਮਝ ਗਿਆ। ਇੱਕ ਆਮ ਘਰ ਦੇ ਵਿੱਚ ਰਹਿਣ ਵਾਲਾ ਬੰਦਾ ਵੀ ਸਮਝ ਗਿਆ ਵੀ ਜੇ ਸਾਨੂੰ ਨਹੀਂ ਤਾਂ ਉਹਨੂੰ ਪਾ ਦਿਓ, ਉਹਨੂੰ ਨਹੀਂ ਤਾਂ ਉਹਨੂੰ ਪਾ ਦਿਓ, ਇੱਥੇ ਬਹਿ ਗਏ ਇਹਨੂੰ ਹਰਾ ਦਿਓ, ਇਹਦੇ ਵਾਲੀਆਂ ਤੂੰ ਇਹਨੂੰ ਪਵਾ ਦੀ, ਇਹਦੇ ਵਾਲੀਆਂ ਤੂੰ ਇਸ ਪਾਸੇ ਵੱਲ ਨੂੰ ਲੈ ਜੀ। ਲੋਕਾਂ ਨੇ ਗੇਮਾਂ ਗੂਮਾਂ ਉਹ ਚੱਕ ਕੇ ਮਾਰੀਆਂ। ਔਰ ਡੇਰਾ ਫੈਕਟਰ ਜਿਹਦੇ ਵਿੱਚ ਇਹ ਕਿਹਾ ਜਾਂਦਾ ਸੀਗਾ, ਅਸਲ 'ਚ ਪੰਜਾਬ ਦੀ ਸਿਆਸਤ ਦਾ ਬੇੜਾ ਗਰਕ ਜਿਹੜਾ ਉਹ ਡੇਰਾ ਫੈਕਟਰ ਨੇ ਕੀਤਾ। ਇਸ ਵਾਰੀ ਕਿੰਨਾ ਕੁਛ ਕੀਤਾ ਗਿਆ, ਉਹਨੂੰ ਫਰਲੋ ਤੇ ਕੱਢ ਕੇ ਲਿਆਂਦਾ ਗਿਆ, ਸਭ ਉੱਡ ਗਿਆ ਜੀ। ਕੋਈ ਡੇਰਾ ਫੈਕਟਰ ਨਹੀਂ, ਕੋਈ ਜੱਟ ਵੋਟ ਵਾਲਾ ਫੈਕਟਰ ਨਹੀਂ, ਕੋਈ ਹਿੰਦੂ ਵੋਟ ਵਾਲਾ ਫੈਕਟਰ ਨਹੀਂ, ਕੋਈ ਐਸਸੀ ਵੋਟ ਵਾਲਾ ਫੈਕਟਰ ਨਹੀਂ। ਪੰਜਾਬੀ ਇਕੱਠੇ ਹੋਏ, ਪੰਜਾਬੀ ਯੂਨਾਈਟ ਹੋਏ। ਇਸ ਕਰਕੇ ਯੂਨਾਈਟ ਹੋਏ ਵੀ ਮਾਰਤੇ ਇਹਨਾਂ ਨੇ। ਤੁਸੀਂ ਫਾਈਲ ਇਹ ਕਹਿ ਰਹੇ ਹੋ ਕੈਪਟਨ ਅਮਰਿੰਦਰ ਸਿੰਘ ਕਿ ਮੈਂ ਤਾਂ ਫਾਈਲ ਸੋਨੀਆ ਗਾਂਧੀ ਨੂੰ ਦੇ ਕੇ ਆਇਆ ਸੀ, ਉਹਨੇ ਐਕਸ਼ਨ ਨਹੀਂ ਲਿਆ। ਉਹਦੇ ਵਿੱਚ ਮੈਂ ਲਿਖਿਆ ਸੀ ਕਿ 12 ਜਾਣੇ ਨੇ ਨਜਾਇਜ਼ ਰੇਤ ਦਾ ਕਾਰੋਬਾਰ ਕਰਦੇ ਨੇ। ਲਾਨਤ ਵਾਲੀ ਗੱਲ ਨਹੀਂ ਹੈ ਕਿ ਸੀਐਮ ਦੀ ਕੁਰਸੀ ਹੋਵੇ ਤੇ ਉਹ ਫਾਈਲਾਂ ਚੁੱਕ ਕੇ ਦਿੱਲੀ ਤੁਰਿਆ ਫਿਰੇ ਕਿ ਆਹ ਜਿਹੜੇ ਲੋਕ ਨੇ ਪੰਜਾਬ ਦਾ ਖਜ਼ਾਨਾ ਲੁੱਟ ਕੇ ਖਾ ਰਹੇ ਨੇ। ਲੋਕਾਂ ਨੂੰ ਸਮਝ ਆ ਗਈ, ਲੋਕਾਂ ਨੇ ਜੜੋਂ ਜਿਹੜਾ ਉਹ ਪੱਟ ਦਿੱਤੇ, ਔਰ ਪਰਿਵਾਰਵਾਦ ਦਾ ਅੰਤ ਹੋ ਗਿਆ ਜੀ। ਇਹ ਦੁਬਾਰਾ ਲੋਕ ਨਹੀਂ ਉੱਠ ਸਕਣਗੇ। ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਜ਼ਰੂਰ ਉੱਠੂਗਾ। ਮੇਰਾ ਇਹ ਮੰਨਣਾ ਆ ਕਿ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਉੱਠੂਗਾ, ਉੱਠਣਾ ਚਾਹੀਦਾ ਉਹ, ਕਿਉਂਕਿ ਉਹ ਪੰਜਾਬ ਦੀ ਪਾਰਟੀ ਹੈ। ਪੰਜਾਬ ਦੀ ਜਦੋਂ ਗੱਲ ਹੁੰਦੀ ਹੈ ਤੇ ਪੰਜਾਬ ਦੇ ਨਾਲ ਸਾਡੀਆਂ ਧਾਰਮਿਕ ਜਿਹੜੀਆਂ ਜੜ੍ਹਾਂ ਨੇ ਉਹ ਬਹੁਤ ਡੂੰਘੀਆਂ ਜੁੜੀਆਂ ਹੋਈਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਬੜੀਆਂ ਕੁਰਬਾਨੀਆਂ ਦੇ ਨਾਲ ਬਣੀ ਆ। ਉੱਥੇ ਕੋਈ ਗੁਰਸਿੱਖ ਲੋਕ, ਗੁਰਮੁਖ ਲੋਕ ਜਿਹੜੇ ਉਹ ਆਉਣ, ਉਹਨੂੰ ਹੁਣ ਚੱਜ ਦੇ ਨਾਲ ਜਿਹੜਾ ਆਉਣ ਵਾਲੇ ਸਮੇਂ ਦੇ ਦੌਰਾਨ ਚਲਾਉਣ। ਜ਼ੀਰੋ ਤੋਂ ਸ਼ੁਰੂ ਕਰ ਲੈਣ, ਕੋਈ ਏਡੀ ਗੱਲ ਨਹੀਂ ਹੋਊਗਾ। ਪਰ ਇੱਕ ਗੱਲ ਜ਼ਰੂਰ ਹੈ, ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਸੀਗਾ ਜੀ, ਉਹ ਇਸ ਵਾਬ ਰੋੜੇ ਦੇ ਵਿੱਚ ਪੁੱਡ ਗਿਆ ਜੀ, ਉਹ ਕਿਤੇ ਨਹੀਂ ਲੱਭਿਆ। ਔਰ ਦੂਜੀ ਗੱਲ ਜਿਹੜਾ ਇਹ ਮੈਂਡੇਟ ਹੈ, ਉਸ ਮੈਂਡੇਟ ਨੇ ਇਹ ਵੀ ਦੱਸ ਦਿੱਤਾ ਵੀ ਹੁਣ ਕੋਈ ਸੁਖਪਾਲ ਖਹਿਰਾ ਕਿਸੇ ਕਮਾਲੂ ਨੂੰ ਜਾਂ ਪਿਰਮਲ ਸਿੰਘ ਨੂੰ ਨਾਲ ਲੈ ਕੇ ਤਿੰਨਾਂ ਜਾਣਿਆਂ ਨੂੰ ਇਹ ਨਹੀਂ ਕਹੂਗਾ ਵੀ ਮੈਂ ਇੱਧਰ ਚੱਲਿਆ ਤੇ ਮੈਂ ਜਿਹੜਾ ਜੀ ਉਹ ਪਾਰਟੀ ਨੂੰ ਤੋੜ ਦੂੰਗਾ। ਲੋਕਾਂ ਨੇ ਇੰਨਾ ਮੈਂਡੇਟ ਦਿੱਤਾ ਵੀ ਆ ਚੁੱਕੋ, ਪਰ ਕੰਮ ਕਰਕੇ ਜਿਹੜਾ ਉਹ ਦਿਖਾਓ। ਹੁਣ ਜਿਹੜੀ ਜ਼ਿੰਮੇਵਾਰੀ ਆ ਨਾ ਜੀ ਇੱਥੋਂ ਸ਼ੁਰੂ ਹੋ ਗਈ, ਅੱਗੋਂ ਜਿਨ੍ਹਾਂ ਨੂੰ ਮੈਂਡੇਟ ਮਿਲਿਆ ਉਹਨਾਂ ਦੀ। ਬਿਲਕੁਲ ਜੀ, ਬਿਲਕੁਲ। ਖੇਲਾਂ ਤਾਂ ਕਈ ਖੇਡੀਆਂ ਗਈਆਂ, ਕਾਂਗਰਸ ਵੱਲੋਂ ਵੀ ਖੇਡੀਆਂ ਗਈਆਂ। ਚੰਨੀ ਦਾ ਚਿਹਰਾ ਮੋਹਰੇ ਲਿਆਂਦਾ ਗਿਆ। ਆਪਸ ਵਿੱਚ ਉਹ ਉਹਨਾਂ ਚੀਜ਼ਾਂ ਨੂੰ ਢੱਕਣ ਦੇ ਲਈ ਲੜਦੇ ਰਹੇ। ਸ਼ਾਇਦ ਉੱਪਰੋਂ ਲੜਦੇ ਸੀਗੇ, ਸਾਰੇ ਕਾਂਗਰਸੀ ਆਪਸ ਵਿੱਚ ਗੁੱਥਮ ਗੁੱਥਾ ਹੁੰਦੇ ਸੀਗੇ, ਪਰ ਫਿਰ ਵੀ ਚੰਨੀ ਦਾ ਫੇਸ ਨਹੀਂ ਕੰਮ ਕੀਤਾ। ਨਹੀਂ ਜੀ, ਉਹ ਕਿਉਂਕਿ ਦੇਖੋ ਜਿਹੜੀ ਇਸ ਵਾਰੀ ਪੰਜਾਬ ਦੇ ਵਿੱਚ ਰਾਜਨੀਤੀ ਖੇਡਣ ਦੀ ਕੋਸ਼ਿਸ਼ ਕੀਤੀ ਗਈ, ਮੈਂ ਲਫ਼ਜ਼ ਬੜੀ ਵਾਰੀ ਇੱਥੇ ਉਹ ਗੱਲ ਕਰਦਿਆਂ ਵਰਤਿਆ, ਵਰਨ ਵੰਡ ਵਰਗ ਵੰਡ। ਪੰਜਾਬੀਆਂ ਨੇ ਉਹ ਲਾ ਕੇ ਸੁੱਟਤੀ ਵੀ ਇਹ ਕਿਤੇ ਹੋਰ ਚੱਲਦੇ ਹੋਣਗੇ ਪੱਤੇ। ਮੈਂ ਇੱਕ ਗੱਲ ਬਾਰ-ਬਾਰ ਆਖੀ ਸੀ ਵੀ ਜਿਹੜੇ ਲੋਕ ਵਰਨ ਵੰਡ ਤੇ ਵਰਗ ਵੰਡ ਦੀ ਰਾਜਨੀਤੀ ਦੇ ਨਾਲ ਇੱਥੇ ਐਂਟਰ ਹੋਣਾ ਚਾਹੁੰਦੇ ਆ, ਉਹ ਗਲਤ ਜਗ੍ਹਾ ਦੇ ਉੱਤੇ ਆ। ਪੰਜਾਬ ਉਹਨਾਂ ਸਟੇਟਾਂ ਦੇ ਵਿੱਚੋਂ ਨਹੀਂ ਗਾ। ਪੰਜਾਬ ਦਾ ਇਤਿਹਾਸ ਤਾਂ ਪੜ੍ਹੋ ਨਾ ਕਿ ਪੰਜਾਬ ਦਾ ਇਤਿਹਾਸ ਕੀ ਹੈ। ਜਿਹੜੀ 1.25 ਲੱਖ ਸੇ ਏਕ ਲੜਾਊ ਵਾਲਾ ਜਿਹੜਾ ਕਨਸੈਪਟ ਆ 10ਵੇਂ ਪਾਤਸ਼ਾਹ ਦਾ, ਉਹਦਾ ਮਤਲਬ ਕੀ ਹੈ? ਉਹਦਾ ਮਤਲਬ ਇਹ ਆ ਕਿ ਇੰਨਾ ਹੌਸਲਾ ਰੱਖਦਾ ਜਿਹੜਾ ਕੋਈ ਜਿਹੜਾ ਇੱਥੋਂ ਦਾ ਪਾਣੀ ਪੀਤਾ ਉਹਦੇ, ਕਿ ਉਹ ਕਿਸੇ ਇੱਕ 1.25 ਲੱਖ ਦੇ ਨਾਲ ਟਕਰਾ ਜਾਣ ਦੀ ਹਿੰਮਤ ਰੱਖਦਾ ਹੈ। ਇਹ ਲੋਕ ਨਹੀਂ ਜਿਹੜਾ ਜੀ ਉਹ ਵਰਨ ਵੰਡ ਤੇ ਵਰਗ ਵੰਡ ਦੇ ਵਿੱਚ ਆਉਂਦੇ। ਤੁਸੀਂ 1947 ਤੋਂ ਪਹਿਲਾਂ ਦਾ ਇਤਿਹਾਸ ਜਿਹੜਾ ਉਹ ਪੜ੍ਹੋ, ਕੂਕਿਆਂ ਦਾ ਇਤਿਹਾਸ ਪੜ੍ਹੋ, ਜਿਹੜਾ ਉਹ ਇੱਟਾਂ ਚੁੱਕਣ ਭੱਜ ਗਿਆ ਸੀ ਬੱਚਾ ਵੀ ਮੇਰਾ ਸਿਰ ਨਹੀਂ ਆਉਂਦਾ ਤੋਪ ਤੱਕ, ਪਹਿਲਾਂ ਥੱਲੇ ਇੱਟਾਂ ਰੱਖ ਲੈਂਦੇ, ਉਹ ਇਤਿਹਾਸ ਹੈ। ਇੱਥੇ ਤੁਸੀਂ ਵਰਨ ਵੰਡ ਵਰਗ ਵੰਡ ਦੇ ਵਿੱਚ ਲੋਕਾਂ ਨੂੰ ਨਹੀਂ ਉਲਝਾ ਸਕਦੇ। ਉਲਝਾ ਲਏ ਪਹਿਲਾਂ ਪਿਛਲੇ ਸਮਿਆਂ ਦੇ ਦੌਰਾਨ, ਕਿਉਂ ਉਲਝ ਗਏ? ਪੰਜਾਬੀ ਹੋ ਸਕਦਾ ਕਿ ਸਮਝਣ ਦੇ ਵਾਸਤੇ ਮੈਨੂੰ ਇਹ ਲੱਗਦਾ ਜਨਰੇਸ਼ਨ ਬਦਲ ਗਈ, ਔਰ ਉਸ ਬਦਲ ਰਹੀ ਜਨਰੇਸ਼ਨ ਨੂੰ, ਬਦਲ ਗਈ ਜਨਰੇਸ਼ਨ ਨੂੰ ਇਹ ਲੋਕ ਉਹਦੀ ਨਬਜ਼ ਜਿਹੜੀ ਸੀ ਨਾ ਉਹ ਸਮਝਣ ਦੇ ਵਿੱਚ ਅਸਫਲ ਰਹੇ। ਮੈਂ ਕੱਲ ਵੀ ਤੁਹਾਨੂੰ ਆਪ ਬੀਤੀ ਇੱਕ ਸੁਣਾਉਣਾ ਕਿ ਜਦੋਂ ਨਤੀਜੇ ਆ ਰਹੇ ਸੀਗੇ ਤੇ
ਭਗਵੰਤ ਮਾਨ ਹੋਰਾਂ ਦੇ ਕੋਲੇ ਗਿਆ ਤੇ ਉੱਥੋਂ ਜਦੋਂ ਦੁਪਹਿਰੇ 1 ਸਵਾ 1 ਵਜੇ ਦੇ ਕਰੀਬ ਨਿਕਲਿਆ ਤਾਂ ਜਿਹੜੀ ਗੱਡੀ ਸੀ ਉਹ ਕੋਈ 100 150 ਮੀਟਰ ਦੀ ਦੂਰੀ ਤੇ ਖੜੀ ਸੀ। ਜੀ ਉੱਥੋਂ ਤੱਕ ਆਉਂਦਿਆਂ ਜਿਹੜਾ ਸੀਗਾ ਉਹ 20 ਤੋਂ 25 ਮਿੰਟ ਇਹ ਲੱਗੇ ਕਿ ਸਾਰਾ ਯੂਥ ਜਿਹਨੂੰ ਤੁਸੀਂ 18 19 ਸਾਲ ਤੋਂ ਲੈ ਕੇ 27 28 ਸਾਲ ਤੱਕ ਦੇ ਜਿਹੜੇ ਸੀ ਉਹ ਇੱਕ ਇੱਧਰ ਨੂੰ ਖਿੱਚ ਰਿਹਾ, ਇੱਧਰ ਨੂੰ ਖਿੱਚ ਰਿਹਾ, ਮੈਂ ਤੁਹਾਨੂੰ ਪੜ੍ਹਦਾ, ਅਸੀਂ ਤੁਹਾਨੂੰ ਸੁਣਦੇ ਹਾਂ, ਅਸੀਂ ਤੁਹਾਡੀਆਂ ਗੱਲਾਂ ਸੁਣਦੇ ਹਾਂ। ਕੱਲ ਇਹ ਗੱਲ ਲੱਗੀ ਕਿ ਇਹਨਾਂ ਜਿਹੜੀਆਂ ਬੋਲੀਆਂ ਹੋਈਆਂ ਲਿਖੀਆਂ ਹੋਈਆਂ ਜਿਹੜੀਆਂ ਗੱਲਾਂ ਨੇ, ਜਿਹੜੀਆਂ ਤੁਸੀਂ ਪੰਜਾਬ ਦੇ ਪ੍ਰਤੀ ਕਰਦੇ ਹੋ, ਉਹਨਾਂ ਲੋਕਾਂ ਦੇ ਉੱਤੇ ਉਹਨਾਂ ਗੱਲਾਂ ਦਾ ਅਸਰ ਪਤਾ ਨਹੀਂ ਲੱਗਿਆ ਕਿ ਕਦੋਂ ਹੋਣਾ ਸ਼ੁਰੂ ਹੋ ਗਿਆ। ਹੁੰਦਾ ਅੱਜ ਜਿਹੜਾ ਸੀਗਾ ਇਸ ਤਬਦੀਲੀ ਦੇ ਵਿੱਚ ਆ ਗਿਆ। ਜਿਹੜੇ ਲੋਕ, ਮੈਂ ਇੱਕ ਗੱਲ ਤੇ ਬਾਰ-ਬਾਰ ਜਿਹੜੀ ਕਹੀ ਸੀ ਕਿ ਨਿਰਾਸ਼ਾਵਾਦੀ ਨਹੀਂ ਕਿ ਇੱਥੇ ਹੋਣਾ ਕੁਛ ਨਹੀਂਗਾ, ਅਸੀਂ ਉਹਨਾਂ ਲੋਕਾਂ ਦੇ ਵਿੱਚੋਂ ਨਹੀਂ ਕਿ ਇੱਥੇ ਹੋਣਾ ਕੁਛ ਨਹੀਂਗਾ, ਇੱਥੇ ਹੋਊਗਾ। ਅੱਜ ਜਿਹੜੇ ਮੈਂ ਸਮਝਦਾ ਹੈ ਕਿ ਇਹ ਹੋ ਗਿਆ। ਹੁਣ ਜਿਹੜਾ ਅਗਲਾ ਸਟੈਪ ਉਹ ਇਦਾਂ ਦਾ ਜ਼ਰੂਰ ਹੋਣਾ ਚਾਹੀਦਾ ਹੈ ਕਿ ਸਾਡਾ ਇੱਕ ਬਹੁਤ ਵੱਡਾ ਜਿਹੜਾ ਪਰਿਵਾਰ ਦਾ ਹਿੱਸਾ ਪ੍ਰਵਾਸੀ ਜਿਹੜੇ ਨੇ, ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਆ, ਉਹਨਾਂ ਦੀਆਂ ਮੁਸ਼ਕਲਾਂ ਦੀ ਵਜ੍ਹਾ ਕਰਕੇ ਉਹ ਥੋੜਾ ਰੁੱਸੇ ਹੋਏ ਆ ਆਪਣੇ ਪੇਕੇ ਪਿੰਡ ਤੋਂ। ਉਹਨਾਂ ਦਾ ਰਸੇਵਾ ਜਾਇਜ਼ ਹੈ, ਉਹਨਾਂ ਦੀਆਂ ਜਾਇਦਾਦਾਂ, ਉਹਨਾਂ ਦੀਆਂ ਜ਼ਮੀਨਾਂ, ਉਹਨਾਂ ਦੇ ਘਰਾਂ ਦੇ ਉੱਤੇ ਭੂਮੀ ਮਾਫੀਏ ਨੇ ਐਸਾ ਗੰਦ ਪਾਇਆ, ਉਹਨਾਂ ਦੀਆਂ ਜਾਇਦਾਦਾਂ ਦੇ ਉੱਤੇ ਕਬਜ਼ੇ ਕਰ ਲਏ, ਉਹਨਾਂ ਦੇ ਉੱਤੇ ਝੂਠੇ ਕੇਸ ਦਰਜ ਕਰਾਤੇ। ਇਹ ਚੀਜ਼ਾਂ ਜਿਹੜੀਆਂ ਨੇ ਸਾਰੀਆਂ ਖਤਮ ਕਰਕੇ ਉਹ ਉਹਨਾਂ ਨੂੰ ਆਪਣੇ ਪੇਕੇ ਪਿੰਡ ਵੱਲ ਨੂੰ ਜਿਹੜਾ ਉਹ ਲਿਆਉਣਾ ਪਊਗਾ, ਚਾਹੇ ਉਹ ਸਿਰਫ ਕੁਝ ਸਮੇਂ ਦੇ ਵਾਸਤੇ ਇੱਥੇ ਆਪਣੇ ਪੇਕੇ ਪਿੰਡ ਆਉਣ। ਇਹ ਜੜ੍ਹਾਂ ਨੇ ਉਹਨਾਂ ਦੀਆਂ, ਉਹਨਾਂ ਦਾ ਦੂਰ ਹੋਣਾ ਜਿਹੜਾ ਪੰਜਾਬ ਦੇ ਵਾਸਤੇ 1% ਵੀ ਜਿਹੜਾ ਉਹ ਤੁਸੀਂ ਇਹ ਕਹੋ ਕਿ ਇਹ ਬਰਦਾਸ਼ਤ ਨਹੀਂ ਹੋਣਾ ਚਾਹੀਦਾ ਆਉਣ ਵਾਲੇ ਸਮੇਂ ਦੇ ਦੌਰਾਨ। ਕਿਉਂਕਿ ਇਹ ਉਹ ਲੋਕ ਨੇ ਵਿਦੇਸ਼ਾਂ 'ਚ ਬੈਠੇ ਜਿਹੜੇ ਹਮੇਸ਼ਾ ਫਿਕਰਮੰਦ ਰਹਿੰਦੇ ਨੇ ਪੰਜਾਬ ਦੇ ਵਾਸਤੇ ਕਿ ਹਾਏ ਸਾਡੇ ਪੰਜਾਬ 'ਚ ਆ ਨਾ ਹੋ ਜੇ, ਸਾਡੇ ਪੰਜਾਬ 'ਚ ਆ ਨਾ ਹੋ ਜੇ, ਉੱਥੇ ਆ ਚੀਜ਼ ਹੋ ਜੇ, ਉੱਥੇ ਆ ਚੀਜ਼ ਹੋ ਜੇ। ਉਹਨਾਂ ਦੇ ਜਿਹੜੇ ਸੁਪਨੇ ਨੇ, ਘੱਟੋ ਘੱਟ ਉਹਨਾਂ ਨੂੰ ਉਹ ਸੁਪਨੇ ਲੈਣ ਦਾ ਮੌਕਾ ਪੰਜਾਬ ਦੇ ਵਿੱਚ ਆ ਕੇ ਹੋਵੇ। ਤੇ ਕੋਈ ਆਪਣੇ ਪਰਿਵਾਰ ਦੇ ਨਾਲ ਆਇਆ ਜਿਹੜਾ ਪ੍ਰਵਾਸੀ ਆ, ਉਹਨੂੰ ਇਸ ਗੱਲ ਦਾ ਡਰ ਨਾ ਹੋਵੇ ਕਿ ਮੇਰੇ ਕੋਈ ਸ਼ਰੀਕੇ ਦੇ ਵਿੱਚੋਂ, ਮੇਰੇ ਕੋਈ ਪਿੰਡ ਦੇ ਵਿੱਚੋਂ ਮੇਰੇ ਉੱਤੇ ਪਰਚਾ ਦਰਜ ਕਰਵਾ ਕੇ ਮੇਰੀ ਜ਼ਮੀਨ ਜਾਂ ਮੇਰੀ ਜਾਇਦਾਦ, ਮੇਰਾ ਘਰ-ਬਾਰ ਜਿਹੜਾ ਉਹ ਹੜਪ ਲੂਗਾ। ਇਹ ਡਰ ਦੂਰ ਜਿਹੜਾ ਉਹ ਕਰਨਾ ਪਊਗਾ। ਔਰ ਇਹ ਗੱਲ ਦਾ ਵਾਅਦਾ ਜੀ ਕਿ ਜਿਹੜੀਆਂ ਗੱਲਾਂ ਜੇ ਪਹਿਲਾਂ ਪਹੁੰਚਾਉਂਦੇ ਰਹੇ ਆ, ਪ੍ਰਾਇੋਰਟੀ ਦੇ ਆਧਾਰ ਦੇ ਉੱਤੇ ਇਹ ਗੱਲ ਜਿਹੜੀ ਪਹੁੰਚਾਵਾਂਗੇ ਔਰ ਲਾਗੂ ਕਰਵਾਵਾਂਗੇ ਕਿ ਇੱਕ ਸੁਰੱਖਿਆ ਜਿਹੜੀ ਪ੍ਰਵਾਸੀਆਂ ਦੀ ਹੈ ਉਹ ਇੱਥੇ ਕੀਤੀ ਜਾਵੇ। ਉਹ ਬਿਨਾਂ ਕਿਸੇ ਡਰ ਭੌ ਤੋਂ ਆਪਣੀਆਂ ਜ਼ਮੀਨਾਂ, ਆਪਣੇ ਘਰ-ਬਾਰ ਜਿਹੜੇ ਆ ਉਹਨਾਂ ਨੂੰ ਸੰਭਾਲ ਸਕਣ, ਕਿਉਂਕਿ ਅਗਲੀਆਂ ਪੀੜ੍ਹੀਆਂ ਨੂੰ ਉਹ ਦੱਸ ਸਕਣ ਕਿ ਸਾਡੀਆਂ ਜੜ੍ਹਾਂ ਇੱਥੇ ਨੇ। ਜਿਹੜੀ ਮੂਲ ਮੰਤਰ ਹੈ ਉਹ ਇਸ ਜਗ੍ਹਾ ਦੇ ਉੱਤੇ, ਇਸ ਧਰਤੀ ਦੇ ਉੱਤੇ ਉਚਾਰਿਆ ਗਿਆ ਸੀਗਾ, ਜਿਹੜਾ ਕਿ ਸਾਡੇ ਵਾਸਤੇ ਅੱਜ ਵੀ ਪ੍ਰੇਰਨਾ ਸਰੋਤ। ਬਿਲਕੁਲ ਜੀ, ਆ ਜਿਹੜੀ ਤੁਸੀਂ ਗੱਲ ਕਹੀ ਆ, ਬਹੁਤ ਸਾਰੇ NRI ਆ ਉਹਦੇ ਡਰਦੇ ਜਾਂਦੇ ਨੇਗੇ, ਕਿਉਂਕਿ ਪਤਾ ਨਹੀਂ ਇਸ ਤਰ੍ਹਾਂ ਦੀ ਪੋਲਿਟਿਕਸ ਚੱਲ ਗਈ ਸੀਗੀ ਕਿ ਉਹਨਾਂ ਨੂੰ ਪਤਾ ਨਹੀਂ ਕਿਹੜਾ ਕੇਸ ਪਾ ਕੇ ਕਿਹੜੀ ਜੇਲ੍ਹ ਦੇ ਵਿੱਚ ਆਂਢੀਆਂ ਗੁਆਂਢੀਆਂ ਨੇ ਜਾਂ ਉੱਥੇ ਦੀਆਂ ਸਰਕਾਰਾਂ ਨੇ ਪਾ ਦੇਣਾ ਆ। NRI ਨੂੰ ਇਹ ਸਹੂਲਤ ਬਹੁਤ ਜ਼ਰੂਰੀ ਹੈਗੀ ਆ, ਚਾਹੀਦੀ ਆ। ਇੱਕ ਗੱਲ ਹੋਰ ਕਰਦੇ ਆ ਕਿ ਜਿਹੜੀ ਇੰਨੀਆਂ ਸੀਟਾਂ ਲੈ ਗਈ ਆ ਇਹ ਪਾਰਟੀ, ਇੰਨੀਆਂ ਜ਼ਿਆਦਾ ਸੀਟਾਂ ਕੀ ਕਦੀ ਪਹਿਲਾਂ ਵੀ ਕਿਸੇ ਪਾਰਟੀ ਨੇ ਲਈਆਂ ਪਿਛਲੇ ਸਾਲਾਂ ਦੇ ਵਿੱਚ? ਨਹੀਂ ਜੀ, ਏਡਾ ਵੱਡਾ ਮੈਂਡੇਟ ਨਹੀਂ ਮਿਲਿਆ ਜੀ। ਇਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਜਿਹੜਾ ਉਹ ਸਿਰਜਿਆ ਗਿਆ। 117 ਦੇ ਵਿੱਚੋਂ 92 ਜਿਹੜੀਆਂ ਉਹ ਸੀਟਾਂ ਆਉਣੀਆਂ, ਕਾਂਗਰਸ ਨੂੰ 18 ਆਈਆਂ ਨੇ, ਤਰੱਕੜੀ ਵਾਲਿਆਂ ਨੂੰ ਜਿਹੜੀਆਂ ਦੀ ਉਹ 4 ਆਈਆਂ ਨੇ, 2 ਭਾਜਪਾ ਨੂੰ ਆਈਆਂ ਤੇ 1 ਆਜ਼ਾਦ ਜਿੱਤਿਆ। ਆਜ਼ਾਦ ਜਿਹੜਾ ਜਿੱਤਿਆ ਉਹ ਰਾਣਾ ਗੁਰਜੀਤ ਸਿੰਘ ਦਾ ਮੁੰਡਾ ਜਿੱਤਿਆ, ਸੁਲਤਾਨਪੁਰ ਲੋਧੀ ਤੋਂ। ਔਰ ਜਿਹੜੇ ਬੈਂਸ ਭਰਾ ਸੀ ਉਹ ਦੋਨੋਂ ਹੀ ਸੰਭਾਲੇ ਗਏ। ਔਰ ਚਰਨਜੀਤ ਸਿੰਘ ਚੰਨੀ ਹੁਰੀ ਦੋਨੇ ਸੀਟਾਂ ਹਾਰ ਗਏ। ਕੈਪਟਨ ਅਮਰਿੰਦਰ ਸਿੰਘ ਨੂੰ ਸੁਰਜੀਤ ਸਿੰਘ ਕੋਹਲੀ ਦੇ ਮੁੰਡੇ ਅਜੀਤਪਾਲ ਕੋਹਲੀ ਨੇ ਜਿਹੜਾ ਸੀਗਾ ਜੀ ਉਹ ਮਹਿਲਾਂ ਚੋਂ ਇੱਕ ਕਿਸਮ ਦੇ ਨਾਲ ਨਿਕਾਲਾ ਹੀ ਜਿਹੜਾ ਉਹ ਦਵਾ ਦਿੱਤਾ। ਔਰ ਜਿਹੜੇ ਲੋਕ ਜਿੱਤੇ ਨੇ ਜਾਂ ਜਿਹੜੇ ਦਿੱਗਜ ਨੇ, ਚਰਨਜੀਤ ਚੰਨੀ, ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੱਧੂ, ਸੁਖਬੀਰ ਬਾਦਲ, OP ਸੋਨੀ, ਰਾਜ ਕੁਮਾਰ ਵੇਰਕਾ, ਮਨਪ੍ਰੀਤ ਬਾਦਲ, ਰਜੀਆ ਸੁਲਤਾਨਾ, ਇਹਨਾਂ ਨੂੰ ਕੋਈ ਜਾਣਦਾ ਸੀਗਾ ਜੀ ਕਿ ਇਹ ਕੋਈ ਮੰਨਦਾ ਸੀ ਕਿ ਇਹ ਲੋਕ ਹਾਰਨਗੇ? ਔਰ ਜਿਹੜੇ ਲੋਕ ਜਿੱਤੇ ਨੇ ਉਹਨਾਂ ਨੂੰ ਜਾਣਦਾ ਕੋਈ ਨਹੀਂ ਜੀ। ਲਾਭ ਸਿੰਘ ਉਗੋ ਕੇ ਉਹਦੇ ਵਿੱਚੋਂ ਜਿਹੜਾ ਜੀ ਇੱਕ ਹੋ ਗਿਆ। ਜਿਹੜੀ ਜਦੋਂ ਇੰਟਰਵਿਊ ਕੀਤੀ ਸੀ, ਮੈਂ ਤੁਹਾਡੇ ਨਾਲ ਗੱਲ ਕੀਤੀ ਸੀਗੀ ਕਿ ਤੁਸੀਂ ਦੇਖਣਾ ਭਦੌੜ ਦੇ ਵਿੱਚ ਐਸਾ ਇਤਿਹਾਸ ਜਿਹੜਾ ਉਹ ਸਿਰਜਿਆ ਜਾਊਗਾ, ਲੋਕ ਯਾਦ ਰੱਖਣਗੇ।
ਔਰ ਚਰਨਜੀਤ ਚੰਨੀ ਹੁਰੀ ਕਿਹੜੇ ਕੌਨਫੀਡੈਂਸ ਦੇ ਵਿੱਚ ਤੁਰੇ ਫਿਰਦੇ ਸੀ, ਸਮਝ ਨਹੀਂ ਲੱਗੀ। ਪੰਜਾਬ ਦਾ ਇੰਨਾ ਕੁ ਨੁਕਸਾਨ ਉਹਨਾਂ ਨੇ 111 ਦਿਨਾਂ ਦੇ ਵਿੱਚ ਕੀਤਾ, ਆਪਣੇ ਰਿਸ਼ਤੇਦਾਰਾਂ ਨੂੰ ਲਾਤਾ ਰੇਤਾ ਵਾਲੇ ਕਾਰੋਬਾਰ ਦੇ ਵਿੱਚ। ਨਿਆਣਿਆਂ ਨੇ ਇਲੈਕਸ਼ਨਾਂ ਤੋਂ ਅਗਲੇ ਦਿਨ ਜਿਹੜੀਆਂ ਸੀਗੀਆਂ ਉਹ ਮਰਸਡੀਜ਼ ਦੇ ਟੌਪ ਮਾਡਲ ਲੈਣ ਦੇ ਤੇ ਮਹੱਲੇ ਦੇ ਵਿੱਚ ਗੇੜੀਆਂ ਇਉਂ ਦਿੰਦੇ ਫਿਰਦੇ ਰਹੇ ਵੀ ਹੁਣ ਪੰਜਾਬ ਦੇ ਉੱਤੇ ਤਾਂ ਸਾਡਾ ਰਾਜ ਹੋ ਗਿਆ। ਬੋਰਡ ਜਿਹੜਾ ਜੀ ਉਹ ਭਰ ਦਿੱਤਾ, ਕੱਚੇ ਕਾਮੇ ਪੱਕੇ ਕੀਤੇ, ਉਹ ਕੀਤਾ ਆਹ ਕੀਤਾ। ਬੇਰੁਜ਼ਗਾਰਾਂ ਦਾ ਜੋ ਕਟਾਪਾ ਇੱਥੇ ਕੀਤਾ ਗਿਆ, ਚਰਨਜੀਤ ਚੰਨੀ ਹੋਰਾਂ ਦੇ ਸਿਕਿਉਰਿਟੀ ਦੇ ਵਿੱਚ ਜਿਹੜਾ ਸ਼ਾਮਲ ਡੀਐਸਪੀ ਸੀਗਾ, ਅਸੀਂ ਕੁਝ ਲੋਕਾਂ ਨੇ ਤਿੰਨ ਤੱਕ ਜ਼ੋਰ ਜਿਹੜਾ ਜੀ ਉਹ ਲਾ ਲਿਆ। ਅਸੀਂ ਇੱਥੇ ਹਿਊਮਨ ਰਾਈਟ ਤੱਕ ਉਹਦੀਆਂ ਕੰਪਲੇਂਟਸ ਕੀਤੀਆਂ, ਉਸ ਬੰਦੇ ਨੂੰ ਸਸਪੈਂਡ ਤੱਕ ਨਹੀਂ ਕੀਤਾ ਗਿਆ ਜੀ। ਇਹ ਲੋਕ ਇਹ ਸਮਝਦੇ ਸੀ ਕਿ ਇਹ ਗੁਲਾਮਾਂ ਦਾ ਸੂਬਾ ਹੈ, ਕਿ ਅਸੀਂ ਜੋ ਚਾਹਾਂਗੇ ਉਹ ਅਸੀਂ ਕਰ ਲਾਂਗੇ। ਲੋਕਾਂ ਨੇ ਉਹ ਸਾਰਾ ਜਿਹੜਾ ਗੁੱਬਗਲਾ ਸੀਗਾ ਉਹ ਲਿਆ ਕੇ ਕੱਢ ਕੇ ਸੁੱਟ ਦਿੱਤਾ, ਕਚਰਾ ਜਿਹੜਾ ਜੀ ਇੱਕ ਕਿਸਮ ਦੇ ਨਾਲ, ਵੀ ਆਹ ਫੜੋ, ਆਹ ਤੁਸੀਂ ਸਾਡੇ ਪੰਜਾਬ ਨੂੰ ਜਿਹੜਾ ਦਿੱਤਾ ਸੀ। ਔਰ ਉਹ ਲੋਕ ਲਿਆ ਕੇ ਮੂਹਰੇ ਖੜੇ ਕਰ ਦਿੱਤੇ ਜਿਨ੍ਹਾਂ ਨੂੰ ਮੈਂ ਗਰੰਟੀ ਨਾਲ ਕਹਿ ਸਕਦਾ ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਵਿਧਾਨ ਸਭਾ ਦੀ ਬਿਲਡਿੰਗ ਜਿਹੜੀ ਕਿਹੜੇ ਸੈਕਟਰ 'ਚ ਪੈਂਦੀ ਹੈ ਤੇ ਉਹਨੂੰ ਸੜਕ ਜਿਹੜੀ ਕਿਹੜੀ ਜਾਂਦੀ ਹੈ ਉੱਥੋਂ ਦੀ। ਪਰ ਇੱਕ ਗੱਲ ਜ਼ਰੂਰ ਹੈ, ਇਹਦੇ ਵਿੱਚ ਪੜ੍ਹੇ ਲਿਖੇ ਜਿਹੜੇ ਨਵੀਂ ਜਿਹੜੀ ਜਨਰੇਸ਼ਨ ਆ, ਜੋ ਸੁਪਨਾ ਮੇਰੇ ਵਰਗੇ ਲੋਕ ਲੈਂਦੇ ਸੀਗੇ ਵੀ ਸ਼ਾਇਦ ਹੋ ਸਕੇ। ਨਰਿੰਦਰ ਕੌਰ ਭਰਾ ਜਿਹੜੀ ਆ ਉਹ ਉਹਨੇ ਆਪਣੀ ਡਿਗਰੀ ਪਿਛਲੇ ਦਿਨਾਂ ਦੇ ਵਿੱਚ LLB ਦੀ ਕੰਪਲੀਟ ਕੀਤੀ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਚੋਂ। ਦਿਨੇਸ਼ ਚੱਡਾ ਰੋਪੜ ਤੋਂ ਜਿੱਤਿਆ, ਉਹ ਐਡਵੋਕੇਟ ਆ, ਨੋਨ RTI ਐਕਟਿਵਿਸਟ ਹੈ। ਇਸ ਤਰ੍ਹਾਂ ਦੇ ਲੋਕ ਜਿਹੜੇ ਨੇ ਉਹ ਸਾਹਮਣੇ ਆਏ ਨੇ। ਔਰ ਜਦੋਂ ਉਹ ਉੱਥੇ ਬੈਠਣਗੇ ਉਹਨਾਂ ਲੋਕਾਂ ਨੂੰ ਇਹਨਾਂ ਲੋਕਾਂ ਨੂੰ ਗਰਾਊਂਡ ਦੀਆਂ ਹਕੀਕਤਾਂ ਪਤਾ ਨੇ। ਜਿੰਨਾ ਰੇਤਾ ਦਾ ਕਾਰੋਬਾਰ ਹੈ ਇਹਨੂੰ ਨੰਗਿਆਂ ਕਰਨ ਦੇ ਵਿੱਚ ਦਿਨੇਸ਼ ਚੱਡਾ ਵਰਗੇ ਲੋਕਾਂ ਦਾ ਬਹੁਤ ਵੱਡਾ ਰੋਲ ਹੈ। ਤੇ ਇਹ ਲੋਕ ਉੱਥੇ ਜਾ ਕੇ ਪੰਜਾਬ ਦੀ ਜਿਹੜੀ ਵਿਰਾਸਤ ਹੈ ਨਾ, ਜਿਹੜੀ ਪੰਜਾਬੀਆਂ ਦੀ ਵਿਰਾਸਤ ਹੈ, ਉਹਨੂੰ ਸੰਭਾਲਣਗੇ। ਇਸ ਚੀਜ਼ ਦੀ ਪੂਰੀ ਉਮੀਦ ਹੈ, ਕਿਉਂਕਿ ਇਹਦੇ ਵਿੱਚੋਂ ਰਵਾਇਤੀ ਲੀਡਰ ਜਿਹੜੇ ਨੇ ਉਹ ਲਗਭਗ ਮੰਨਫੀ ਹੋ ਗਏ। ਬੇਸ਼ੱਕ ਕੁਝ ਲੋਕ ਖੁੱਡੀਆਂ ਸਾਹਿਬ ਦੇ ਬਾਰੇ ਚ ਕਹਿੰਦੇ ਆ ਕਿ ਉਹ ਕਾਂਗਰਸੀ ਪੁਰਾਣੇ ਰਹੇ ਨੇ, ਪਰ ਉਸ ਪਰਿਵਾਰ ਦੀ ਕੁਰਬਾਨੀ ਜਿਹੜੀ ਉਹ ਦੇਖਣਾ, ਬਹੁਤ ਕੁਰਬਾਨੀ ਆ ਉਸ ਪਰਿਵਾਰ ਦੀ। ਜੇ ਇਹੋ ਜਿਹਾ ਬੰਦਾ ਕਿਸੇ ਦੂਜੀ ਪਾਰਟੀ ਦੇ ਵਿੱਚੋਂ ਆ ਕੇ ਵੀ ਜਿੱਤਿਆ ਤਾਂ ਇਸ ਪਾਰਟੀ ਨੇ ਉਹਦਾ ਇੱਕ ਕਿਸਮ ਦੇ ਨਾਲ ਮੁੱਲ ਪਾਇਆ। ਖੁੱਡੀਆਂ ਸਾਹਿਬ ਵਰਗੇ ਸੁਹਿਰਦ ਲੋਕ, ਜਗਰੂਪ ਸਿੰਘ ਗਿੱਲ ਹੋਰਾਂ ਵਰਗੇ ਸਿਆਣੇ ਜਿਨ੍ਹਾਂ ਨੇ ਕਦੀ ਅਹੁਦਿਆਂ ਦੇ ਲਾਲਚ ਨਹੀਂ ਕੀਤੇ, ਉਹ ਜਦੋਂ ਵਿਧਾਨ ਸਭਾ ਦੇ ਵਿੱਚ ਬੈਠਣਗੇ, ਮੈਨੂੰ ਇਸ ਗੱਲ ਦੀ ਉਮੀਦ ਹੈ। ਕੀ ਬਦਲਦਾ ਆ, ਦੇਖੋ ਓਵਰਨਾਈਟ ਨਹੀਂ ਕੁਝ ਵੀ ਬਦਲ ਸਕਦਾ ਹੁੰਦਾ, ਇਟ ਟੇਕਸ ਟਾਈਮ। ਪਰ ਜਦੋਂ ਤੁਸੀਂ ਕਿਸੇ ਜਗ੍ਹਾ ਤੋਂ ਸਟਾਰਟ ਕਰ ਲਓ ਫਿਰ ਬਦਲਾਅ ਵਾਲੇ ਪਾਸੇ ਨੂੰ ਜਿਹੜਾ ਉਹ ਤੁਰ ਪੈਂਦਾ। ਮੈਂ ਇੱਕ ਦਿਨ ਲਿਖਿਆ ਸੀ ਕਿ ਪਿੰਡਾਂ ਦੇ ਵਿੱਚ ਲੋਕਾਂ ਨੂੰ ਪੁੱਛੀਦਾ ਸੀ ਕਿਹਨੂੰ ਵੋਟ ਪਾਈ, ਤੇ ਬਹੁਤੇ ਕਹਿੰਦੇ ਬਦਲਾਅ ਨੂੰ ਪਾਈ। ਤੇ ਇੱਕ ਜਿਹੜੇ ਕੁਝ ਬੰਦੇ ਨੇ ਉਹ ਇਹ ਕਹਿੰਦੇ ਸੀਗੇ ਕਿ ਐਤਕੀ ਅਸੀਂ ਬਲਦਾਅ ਨੂੰ ਵੋਟਾਂ ਪਾਈਆਂ ਨੇ। ਜਿਹੜੇ ਉਹ ਆਮ ਬੰਦੇ ਦੀ ਭਾਸ਼ਾ ਦੇ ਵਿੱਚ ਬਲਦਾਅ ਸੀਗਾ ਨਾ ਜੀ, ਉਹਨੇ ਇਹ ਸਾਰਾ ਕੁਝ ਸੰਭਵ ਬਣਾਇਆ ਕਿ ਇਸ ਤਰ੍ਹਾਂ ਦੇ ਜਿਹੜੇ ਲੋਕ, ਨਹੀਂ ਤਾਂ ਅਦਰਵਾਈਜ਼ ਖੁੱਡੀਆਂ ਸਾਹਿਬ ਨੇ 2017 ਦੇ ਵਿੱਚ ਚੋਣ ਲੜਨੀ ਸੀ ਲੰਬੀ ਤੋਂ, ਤੇ ਜਦੋਂ ਕਾਗਜ਼ ਭਰਨੇ ਸੀ 2 ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਫੋਨ ਆਉਂਦਾ, ਖੁੱਡੀਆਂ ਸਾਹਿਬ ਤੁਸੀਂ ਨਹੀਂ ਚੋਣ ਲੜਨੀ, ਉੱਥੋਂ ਚੋਣ ਮੈਂ ਲੜਨੀ ਹੈ। ਤੇ ਉਹਦੇ ਜਿਹੜੇ ਸੀਗੇ ਉਹ ਕਾਗਜ਼ ਪ੍ਰਭਾਤ ਤੇ ਕਿ ਨਾਲ ਨੋਮੀਨੇਟ ਦੇ ਵਾਸਤੇ ਖੁੱਡੀਆਂ ਸਾਹਿਬ ਵੇਖਦੇ ਰਹਿ ਗਏ। ਉਹਨਾਂ ਦੇ ਪਿਤਾ ਜਿਹੜੇ ਸੀਗੇ ਉਹਨਾਂ ਦਾ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਕਿ ਉਹਨਾਂ ਦੀ ਮੌਤ ਜਿਹੜੀ ਭੇਦ ਭਰੇ ਹਾਲਾਤਾਂ ਦੇ ਵਿੱਚ ਕਿਉਂ ਹੋਈ ਸੀ, ਕੀ ਪਿੱਛੇ ਰੀਜ਼ਨ ਸੀ। ਉਹ ਪਰਿਵਾਰ ਆ ਵੀ ਉੱਠਣ ਨਹੀਂ ਦੇਣਾ ਕਿਸੇ ਨੂੰ, ਕਿਸੇ ਹੋਰ ਨੂੰ। ਉਹ ਉੱਠ ਪਏ, ਉਹ ਆਮ ਘਰਾਂ ਦੇ ਧੀਆਂ ਪੁੱਤ ਜਿਹੜੇ ਨੇ ਜੀ ਉਹ ਸਾਹਮਣੇ ਆ ਗਏ। ਇਸ ਗੱਲ ਦੀ ਉਮੀਦ ਹੈ ਕਿ ਇਹ ਲੋਕ ਘੱਟੋ ਘੱਟ ਕਰਪਟ ਨਹੀਂ ਹੋਣਗੇ, ਇਹਨਾਂ ਜਿਹੜਾ ਜੀ ਉਹ ਪਤਾ ਹੈ। ਕਿਉਂਕਿ ਇਹਨਾਂ ਨੂੰ ਵੀ ਇਹ ਪਤਾ ਹੈ ਕਿ ਇਹ ਜਿਹੜਾ ਮੈਂਡੇਟ ਮਿਲਿਆ ਇਹ ਕੋਈ ਜੱਦੀ ਪੁਸ਼ਤੀ ਨਹੀਂ ਹੈਗਾ ਕਿ ਹਰ ਵਾਰੀ ਇਹਨਾਂ ਨੂੰ ਹੀ ਮਿਲਣਾ। ਲੋਕ ਦੇਖਣਗੇ। ਔਰ ਦੂਸਰੀ ਗੱਲ ਕਿ ਇਸ ਸਰਕਾਰ ਦਾ ਕੋਈ ਹਨੀਮੂਨ ਪੀਰੀਅਡ ਨਹੀਂਗਾ ਜੀ, ਡੇ ਫਸਟ ਤੋਂ ਕੰਮ ਇਹਨਾਂ ਨੂੰ ਸ਼ੁਰੂ ਕਰਨਾ ਪਊਗਾ। ਬਿਲਕੁਲ ਜੀ, ਲੋਕਾਂ ਨੂੰ ਇਹੀ ਆ। ਇੱਕ ਲੋਕਾਂ ਦੇ ਮਨ ਦੇ ਵਿੱਚ ਜ਼ਰੂਰ ਹੈਗਾ ਕਿ ਜਿਹੜੇ ਇੱਧਰਲੀਆਂ ਉੱਧਰਲੀਆਂ ਪਾਰਟੀਆਂ ਤੋਂ ਵਿੱਚ ਬੜੇ ਆ, ਕੀ ਮੁੜ ਕੇ ਉਹ ਕਰਪਸ਼ਨ ਤਾਂ ਨਹੀਂ ਸ਼ੁਰੂ ਕਰ ਦੇਣਗੇ? ਨਹੀਂ ਹੋ ਸਕਦੀ ਜੀ, ਏਡੇ ਵੱਡੇ ਮੈਂਡੇਟ ਦੇ ਵਿੱਚ ਨਹੀਂ ਹੋ ਸਕਦੀ। ਕਰਪਸ਼ਨ ਉਦੋਂ ਸ਼ੁਰੂ ਹੁੰਦੀ ਹੈ ਜੀ ਜਦੋਂ ਉੱਤੇ ਬੈਠਾ ਜਿਹੜਾ ਬੰਦਾ ਉਹ ਕਰਪਟ ਹੋਵੇ। ਉਹ ਇਹ ਆਖੇ ਕਿ ਅਫਸਰ ਉਹ ਲਾਓ ਜਿਹੜੇ ਜਿਹੜੇ ਮੈਨੂੰ ਮਹੀਨਾ ਇਕੱਠਾ ਕਰਕੇ ਦੇਣ। ਜੇ ਉਹ ਨਹੀਂ ਹੋਊਗੇ ਤਾਂ ਫਿਰ ਕਰਪਸ਼ਨ ਨਹੀਂ ਜਿਹੜੀ ਉਹ ਹੋਊਗੀ। ਔਰ ਜੀ ਜੀ ਹੈਲੋ, ਤਾਂ ਦੇਖੋ ਤਾਂ ਮੈਂ ਜੀ ਇਹ ਕਹਿ ਰਿਹਾ ਸੀ ਜੀ ਕਿ ਇਸ ਤਰ੍ਹਾਂ ਨਹੀਂ, ਕੁਝ ਵੀ ਨਹੀਂ ਇਸ ਤਰ੍ਹਾਂ ਦਾ ਜਿਹੜਾ ਜੀ ਉਹ ਹੋਣ ਲੱਗਿਆ। ਔਰ ਦੂਜੀ ਗੱਲ ਹੈ
ਕਿ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਜਿਤਾਇਆ ਨਾ, ਜੀ ਤੇ ਉਹਨਾਂ ਲੋਕਾਂ ਨੂੰ ਇਸ ਗੱਲ ਦੇ ਵਾਸਤੇ ਜਾਗਰੂਕ ਆਪਾਂ ਸਾਰੇ ਰਲ ਮਿਲ ਕੇ ਕਰਦੇ ਰਹਾਂਗੇ ਕਿ ਭਾਈ ਅਵੇਸਲੇ ਨਾ ਹੋਇਓ, ਜਿੰਦਾ ਕੁੰਡਾ ਤੁਸੀਂ ਰੱਖਣਾ ਉਹਦੇ ਉੱਤੇ। ਇਹ ਕੋਈ ਏਦਾਂ ਦੇ ਲੋਕ ਨਹੀਂ ਹੈਗੇ ਭੈਣ ਜੀ ਜਿਹੜੇ ਜਿਨ੍ਹਾਂ ਦੇ ਕੋਲੇ ਜ਼ੈਡ ਸਿਕਿਉਰਿਟੀਜ਼ ਨੇ ਕਿ ਉਹਨਾਂ ਦੇ ਕੋਈ ਨੇੜੇ ਨਹੀਂ ਆ ਸਕੂਗਾ। ਇਹ ਆਮ ਲੋਕਾਂ ਦੇ ਵਾਂਗੂ ਵਿਚਰਨੇ ਨੇ ਜੀ ਲੋਕਾਂ ਦੇ ਵਿੱਚ, ਤੇ ਜਦੋਂ ਆਮ ਲੋਕਾਂ ਦੇ ਵਿੱਚ ਉਹਨਾਂ ਨੇ ਜਾਣਾ ਤੇ ਉਹਨਾਂ ਨੇ ਇਸ ਤਰ੍ਹਾਂ ਦੀ ਜਿਹੜਾ ਜੀ ਉਹ ਉਹਨਾਂ ਨੂੰ ਕੁਝ ਕਰਕੇ ਜਾਣਾ ਪਊਗਾ। ਨਹੀਂ ਤਾਂ ਲੋਕ ਜਿਹੜੇ ਐਤਕੀ ਸਵਾਲ ਕਰਨ ਲੱਗੇ ਨੇ ਨਾ, ਤੇ ਉਹਨਾਂ ਨੇ ਸਵਾਲ ਇਹਨਾਂ ਲੋਕਾਂ ਨੂੰ ਵੀ ਕਰਨੇ ਸ਼ੁਰੂ ਕਰ ਦਿੰਦੇ, ਫਿਰ ਇਹਨਾਂ ਨੂੰ ਜਵਾਬ ਦੇਣੇ ਔਖੇ ਹੋ ਜਾਣੇ। ਬਿਲਕੁਲ ਜੀ, ਸਵਾਲ ਹੀ ਕਰਨੋਂ ਹਟ ਗਏ ਸੀਗੇ ਨਾ ਲੋਕੀ। ਹੁਣ ਲੋਕਾਂ ਦਾ ਇਹੀ ਹੈਗਾ ਵੀ ਜੇ ਅਸੀਂ ਇਹਨਾਂ ਨੂੰ ਸਵਾਲ ਕਰਾਂਗੇ, ਇਹਨਾਂ ਨੂੰ ਪੁੱਛ ਕਰਾਂਗੇ, ਫੇਰ ਹੀ ਇਹ ਕੁਛ ਕਰਨਗੇ। ਉਹ ਵੀ ਆ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਇਹਨਾਂ ਦੇ ਕੋਲ 1 ਮਿੰਟ ਵੀ ਬੈਠਣ ਨੂੰ ਨਹੀਂ ਹੈਗਾ। ਜਿੰਨਾ ਕੁ ਪੰਜਾਬ ਦਾ ਸੱਤਿਆਨਾਸ਼ ਕਰਕੇ ਗਏ ਆ ਪਿਛਲੀਆਂ ਸਰਕਾਰਾਂ ਆ, ਪਿਛਲੇ 70-72 ਸਾਲ ਇਹਨਾਂ ਨੇ ਲੁੱਟਿਆ ਖੁੱਟਿਆ ਹੀ ਆ। ਹੁਣ ਮੇਰਾ ਤੇ ਖਿਆਲ ਵਿੱਚ ਜਿਹੜੇ ਲੋਕ ਸੋਚਦੇ ਆ ਵੀ ਇਹਨੇ ਵੀ ਲੁੱਟਣਾ, ਮੈਨੂੰ ਤਾਂ ਲੱਗਦਾ ਨਹੀਂ ਉੱਥੇ ਲੁੱਟਣ ਲਈ ਬਚਿਆ ਹੋਊਗਾ ਕੁਛ। ਨਹੀਂ ਲੁੱਟਦੇ ਜੀ, ਨਹੀਂ ਲੁੱਟਦੇ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਸਾਨੂੰ ਇੱਕ ਆਸ ਜਿਹੜੀ ਆ ਉਹ ਰੱਖਣੀ ਚਾਹੀਦੀ ਆ। ਇਹ ਜਿਹੜਾ ਪਰਿਵਾਰਵਾਦ ਸੀਗਾ ਨਾ ਜੀ, ਲੁੱਟਿਆ ਉਹਨਾਂ ਨੇ ਆ ਜਿਨ੍ਹਾਂ ਨੇ ਵਾਰੀਆਂ ਬੱਧੀਆਂ ਸੀਗੀਆਂ। ਆ ਬੱਕਰੀ ਚੋਂ ਦਾ ਦੇਖਿਆ ਸੀ ਚਰਨਜੀਤ ਜੀ ਜੀ ਚੰਨੀ ਜੀ ਹੁਰੀ, ਮੈਂ ਤਾਂ ਉਹਦਨ ਉਹਨੂੰ ਟਵੀਟ ਵੀ ਇਸ ਤਰੀਕੇ ਨਾਲ ਕੀਤਾ ਸੀ ਵੀ ਇਹ ਪੰਜਾਬ ਹੀ ਮੈਨੂੰ ਲੱਗਦਾ ਇੱਕ ਵਾਰੀ ਇੱਕ ਪਾਰਟੀ ਲੱਤਾਂ ਫੜ ਲੈਂਦੀ ਸੀ, ਦੂਜੀ ਚੋਣ ਲੱਗ ਜਾਂਦੀ ਸੀ, ਫਿਰ ਉਦੋਂ ਬਾਅਦ ਜਿਹੜੀ ਚੋਂਦੀ ਸੀ ਉਹ ਆ ਕੇ ਲੱਤਾਂ ਫੜ ਲੈਂਦੀ ਸੀ ਵੀ ਮੈਂ ਧਾਰ ਕੱਢ ਲਈ ਆ, ਹੁਣ ਮੈਂ ਲੱਤਾਂ ਫੜਦਾ, ਹੁਣ ਤੂੰ ਦੁੱਧ ਚੋਲਾ। ਇਸ ਤਰੀਕੇ ਦੇ ਨਾਲ ਪੰਜਾਬ ਨੂੰ ਚੋਲਿਆ ਗਿਆ ਜੀ। ਪਰ ਪੰਜਾਬ ਹਮੇਸ਼ਾ ਜਦੋਂ ਜਦੋਂ ਪੰਜਾਬ ਦੇ ਉੱਤੇ ਮੁਸ਼ਕਲਾਂ ਪਈਆਂ ਨੇ, ਮੁਸੀਬਤਾਂ ਪਈਆਂ ਨੇ, ਪੰਜਾਬ ਮੁੜ ਕੇ ਉੱਠ ਕੇ ਖੜਾ ਹੋਇਆ। ਇਸ ਗੱਲ ਦੀ ਉਮੀਦ ਹੈ ਕਿ ਇਹ ਹੁਣ ਘੱਟੋ ਘੱਟ ਇਹੋ ਜਿਹੇ ਝਾਂਸਿਆਂ ਦੇ ਵਿੱਚ ਪੰਜਾਬ ਨਹੀਂ ਆਊਗਾ ਵੀ ਪੰਜਾਬ ਨੂੰ ਕੈਲੀਫੋਰਨੀਆ ਬਣਾ ਦਿਆਂਗੇ, ਪੰਜਾਬ ਨੂੰ ਮੈਨਚੈਸਟਰ ਬਣਾ ਦਿਆਂਗੇ। ਪੰਜਾਬ ਨੂੰ ਪੰਜਾਬ ਬਣਾਉਣ ਵਾਲੇ ਪਾਸੇ ਗੱਲ ਤੁਰੂਗੀ, ਇਹ ਆਸ ਰੱਖਣੀ ਚਾਹੀਦੀ ਹੈ ਜੀ, ਬਹੁਤ ਵੱਡੀ। ਬਿਲਕੁਲ ਜੀ, ਬੇਆਸੇ ਹੋਣ ਦੀ ਤਾਂ ਲੋੜ ਨਹੀਂ ਹੈਗੀ। ਆਸ ਰੱਖਦੇ ਆ ਕਿ NRI ਭੈਣ ਭਰਾ ਆ ਜਿਹੜੇ ਉਹ ਵੀ ਵਾਪਸੀ ਵੱਲ ਕਰਨਗੇ, ਨਹੀਂ ਤਾਂ ਜ਼ਮੀਨਾਂ ਵੇਚਣ ਵੱਲ ਹੋ ਗਏ ਸੀ ਕਿ ਜ਼ਮੀਨਾਂ ਵੇਚ ਕੇ ਤੁਸੀਂ ਆ ਜਾਓ ਉੱਥੇ, ਪਤਾ ਨਹੀਂ ਕਿਹੜੇ ਵੇਲੇ ਉੱਥੇ ਕੀ ਹੋ ਜਾਣਾ ਆ। ਨਵੀਂ ਚੁਣੀ ਗਈ ਪਾਰਟੀ ਨੂੰ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕ ਆ। ਸਾਰੇ ਹੀ ਇਸ ਵੇਲੇ ਪੰਜਾਬ ਦੇ ਵਿੱਚ ਪੱਤਰਕਾਰ ਵੀ ਬਿਜ਼ੀ ਆ, ਸਾਰੇ ਬਿਜ਼ੀ ਆ, ਤੇ ਆਪਾਂ ਕੱਲ੍ਹ ਨੂੰ ਹੋਰ ਲੰਬੀ ਗੱਲਬਾਤ ਕਰਾਂਗੇ। ਬਹੁਤ-ਬਹੁਤ ਤੁਹਾਡਾ ਧੰਨਵਾਦ। ਥੈਂਕ ਯੂ ਜੀ, ਧੰਨਵਾਦ ਥੈਂਕ ਜੀ, ਯੂ। ਬਹੁਤ ਮਿਹਰਬਾਨੀ। ਔਰ ਜਿੰਨੇ ਵੀ ਜਿਹੜੇ ਲਿਸਨਰ ਨੇ ਦੁਨੀਆ ਭਰ ਦੇ ਵਿੱਚ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਜਿਹੜੇ ਇਸ ਪਲੇਟਫਾਰਮ ਦੇ ਉੱਤੇ ਕੀਤੀ ਗਈ ਗੱਲ ਜਿਹੜੀ ਉਹ ਪਹੁੰਚਦੀ ਹੈ। ਮੈਂ ਤੁਹਾਡੇ ਰਾਹੀਂ ਸਭ ਦਾ ਇਸ ਪੱਖੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਇੱਕ ਆਸ ਨਹੀਂ ਛੱਡੀ, ਔਰ ਆਸ ਰੱਖੀ ਛੱਡੀ, ਔਰ ਦਿਨ ਰਾਤ ਜਿਹੜੀਆਂ ਛੁੱਟੀਆਂ ਲੈ ਲੈ ਕੇ ਨਤੀਜੇ ਜਿਹੜੇ ਸੀ ਉਹ ਸੁਣੇ। ਇੰਨੀ ਐਕਸਾਈਟਮੈਂਟ ਉਹਨਾਂ ਦੇ ਵਿੱਚ ਜਿਹੜਾ ਉਹ ਰਹੀ। ਇਹ ਐਕਸਾਈਟਮੈਂਟ ਤੁਹਾਡੀ ਪੰਜਾਬ ਦੇ ਵਾਸਤੇ ਆ, ਤੁਹਾਡੇ ਪੇਕੇ ਪਿੰਡ ਦੇ ਵਾਸਤੇ ਆ। ਇਹਨੂੰ ਜ਼ਰੂਰ ਜਿਹੜਾ ਜੀ ਇਸ ਐਕਸਾਈਟਮੈਂਟ ਨੂੰ ਕਾਇਮ ਰੱਖਣਾ, ਤਾਂ ਕਿ ਆਪਾਂ ਵੀ ਅਵੇਸਲੇ ਨਾ ਹੋਈਏ ਤੇ ਇਹ ਨਾ ਕਹੀਏ ਵੀ ਕੋਈ ਨਹੀਂ ਅਜੇ ਵੇਖੀ ਜਾਊਗੀ। ਅਵੇਸਲਾਪਨ ਜਿਹੜਾ ਉਹ ਛੱਡ ਕੇ ਇਸੇ ਤਰੀਕੇ ਨਾਲ ਸੁਚੇਤ ਰਹਿਣਾ, ਤਾਂ ਕਿ ਇਹਨਾਂ ਨੂੰ ਵੀ ਜਿਹੜਾ ਦੱਸਦੇ ਰਹੀਏ ਵੀ ਇਸ ਕੰਮ ਵਾਸਤੇ ਤੁਹਾਨੂੰ ਮੈਂਡੇਟ ਮਿਲਿਆ ਤੇ ਆਹ ਤੁਸੀਂ ਜਿਹੜਾ ਉਹ ਕਰਨਾ। ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਧੰਨਵਾਦ ਹੈ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਕੁਝ ਕੁ ਖਬਰਾਂ ਤੇ ਅਸੀਂ ਨਜ਼ਰ ਮਾਰੀ ਆ, ਬਾਕੀ ਅਸੀਂ ਕੱਲ੍ਹ ਨੂੰ ਵਿਸਤਾਰ ਦੇ ਵਿੱਚ ਫਿਰ ਗੱਲਬਾਤ ਕਰਾਂਗੇ। ਇਸ ਵੇਲੇ ਪੰਜਾਬ ਦੇ ਵਿੱਚ ਹਰ ਕੋਈ ਬਹੁਤ ਜ਼ਿਆਦਾ ਬਿਜ਼ੀ ਆ, ਤੇ ਹੁਣ ਮੇਰੇ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।